ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਹਾਂ ਸੀਪੀ ਕੰਬੋਜ। ਤੁਸੀਂ ਦੇਖ ਰਹੇ ਹੋ ਸੀ ਟੈਕ ਪੰਜਾਬੀ। ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਆਪਾਂ ਨੇ MCQ ਦਾ ਯਾਨੀ ਕਿ ਕੁਐਸਚਨ ਆਨਸਰ ਦਾ ਸਿਲਸਿਲਾ ਸ਼ੁਰੂ ਕੀਤਾ ਹੈ। ਪਟਵਾਰੀ ਤੇ ਹੋਰ ਗੌਰਮੈਂਟ ਨੌਕਰੀਆਂ ਦੇ ਲਈ ਜਿਹੜੇ ਐਗਜ਼ਾਮ ਲਏ ਜਾਂਦੇ ਨੇ, ਕੰਪਿਊਟਰ ਦੇ ਐਗਜ਼ਾਮ ਲਏ ਜਾਂਦੇ ਨੇ, ਉਹਦੀ ਤਿਆਰੀ ਦੇ ਲਈ ਕੀਤਾ। ਔਰ ਪਹਿਲਾਂ ਤੁਹਾਨੂੰ 10 ਵੀਡੀਓਜ਼ ਦੇ ਲਈ ਲਾਈਵ ਲੈਕਚਰਸ ਦੇ ਰਾਹੀਂ ਤੁਹਾਨੂੰ ਸਾਰਾ ਵਿਸ਼ਾ ਜਿਹੜਾ ਹੈ ਉਹ ਕਵਰ ਕਰਵਾ ਚੁੱਕੇ ਹਾਂ। ਕਿਸ਼ਤ ਨੰਬਰ 4 ਲੈ ਕੇ ਹਾਜ਼ਰ ਹਾਂ। ਜੇ ਤੁਸੀਂ ਇਸ ਚੈਨਲ ਦੇ ਉੱਤੇ ਨਵੇਂ ਹੋ ਤਾਂ ਸਬਸਕ੍ਰਾਈਬ ਕਰੋ। ਕਮੈਂਟ ਬਾਕਸ ਦੇ ਵਿੱਚ ਆਪਣੀ ਰਾਏ ਲਿਖ ਭੇਜੋ। ਜੇ ਵੀਡੀਓ ਤੁਹਾਨੂੰ ਪਸੰਦ ਆਵੇ ਤਾਂ ਤੁਸੀਂ ਇਸ ਨੂੰ ਲਾਈਕ ਕਰ ਸਕਦੇ ਹੋ, ਸ਼ੇਅਰ ਕਰ ਸਕਦੇ ਹੋ। ਲੋ ਚੱਲਦੇ ਹਾਂ ਪਹਿਲੇ ਸਵਾਲ ਵੱਲ। ਪਹਿਲਾ ਸਵਾਲ ਹੈ ਜੀ, ਇਟ ਟੈਂਪਰੇਰੀ ਹੋਲਡ ਦਾ ਡਾਟਾ ਰਿਸੀਵਡ ਫਰੋਮ ਇਨਪੁਟ ਡਿਵਾਈਸ ਫਾਰ ਐਗਜ਼ੀਕਿਊਸ਼ਨ। ਯਾਨੀ ਕਿ ਉਹ ਕਿਹੜੀ ਡਿਵਾਈਸ ਹੈ ਜਿਹੜੀ ਡਾਟੇ ਨੂੰ ਰਿਸੀਵ ਕਰਦੀ ਹੈ ਐਗਜ਼ੀਕਿਊਸ਼ਨ ਦੇ ਲਈ। ਜਦੋਂ CPU ਨੂੰ ਕੋਈ ਕੰਮ ਦਿੱਤਾ ਜਾਂਦਾ ਹੈ ਤਾਂ ਉਹ ਜਿਹੜਾ ਕੰਮ ਹੈ ਜਾਂ ਉਹ ਜਿਹੜਾ ਡਾਟਾ ਅਤੇ ਇੰਸਟਰਕਸ਼ਨਸ ਨੇ ਉਹ ਸਭ ਤੋਂ ਪਹਿਲਾਂ ਕਿੱਥੇ ਜਾ ਕੇ ਸੇਵ ਹੁੰਦੀਆਂ ਨੇ। ਉਹ ਜਿੱਥੇ ਵੀ ਸੇਵ ਹੁੰਦੀਆਂ ਨੇ ਉਹ ਟੈਂਪਰੇਰੀ ਸੇਵ ਹੁੰਦੀਆਂ ਨੇ, ਪਰਮਾਨੈਂਟ ਸੇਵ ਨਹੀਂ ਹੁੰਦੀਆਂ। ਔਰ ਇਹ ਜਿਹੜੀਆਂ ਡਾਟਾ ਅਤੇ ਇੰਸਟਰਕਸ਼ਨ ਨੇ ਸੇਵ ਕਿਉਂ ਕੀਤੀਆਂ ਜਾਂਦੀਆਂ ਨੇ? ਐਗਜ਼ੀਕਿਊਸ਼ਨ ਦੇ ਲਈ। ਜਿਹੜਾ ਵੀ ਕੰਮ ਅਸੀਂ CPU ਨੂੰ ਦਿੱਤਾ ਹੈ ਉਹ CPU ਦੇ ਉੱਤੇ ਐਗਜ਼ੀਕਿਊਟ ਕਰੇਗਾ, ਉਹ ਕੰਮ ਕਰੇਗਾ, ਉਹ ਟਾਸਕ ਪੂਰਾ ਕਰੇਗਾ। ਸੋ ਉਹਦੇ ਲਈ ਸਾਡੇ ਕੋਲ A ਆਪਸ਼ਨ ਹੈ ਪ੍ਰਾਇਮਰੀ ਮੈਮਰੀ, B ਇਜ਼ ਸੈਕੰਡਰੀ ਮੈਮਰੀ, C CPU, D ਫਾਈਲ। ਸੋ ਇਹਦੇ ਵਿੱਚ ਸਾਡੇ ਕੋਲ ਜਿਹੜਾ ਆਨਸਰ ਆਏਗਾ ਉਹ ਆਏਗਾ ਪ੍ਰਾਇਮਰੀ ਮੈਮਰੀ। ਜਿਹੜੀ ਸਾਡੇ ਕੋਲ ਰੈਮ ਹੈ, ਰੈਮ ਦਾ ਕੰਮ ਹੀ ਇਹੀ ਹੈ ਕਿ ਜਿਹੜਾ ਡਾਟਾ ਅਸੀਂ ਦਿੰਦੇ ਹਾਂ ਟੈਂਪਰੇਰੀ ਉਹਨਾਂ ਨੂੰ ਸਟੋਰ ਕਰਨ ਦੇ ਲਈ, ਆਰਜੀ ਤੌਰ 'ਤੇ ਸਟੋਰ ਕਰਨ ਦੇ ਲਈ ਉਹ ਉਹਨੂੰ ਸਾਂਭ ਕੇ ਰੱਖਦੀ ਹੈ ਜਿੰਨੀ ਦੇਰ ਤੱਕ ਕੈਲਕੂਲੇਸ਼ਨ ਜਾਂ ਐਗਜ਼ੀਕਿਊਸ਼ਨ ਨਹੀਂ ਹੋ ਜਾਂਦੀ। ਜਦੋਂ ਐਗਜ਼ੀਕਿਊਸ਼ਨ ਹੋ ਜਾਂਦੀ ਹੈ ਤਾਂ ਅਗਲੀ ਇੰਸਟਰਕਸ਼ਨ ਨੂੰ ਰੈਮ ਜਿਹੜੀ ਹੈ ਉਹ ਸੇਵ ਕਰਦੀ ਹੈ। ਸੋ ਸੈਕੰਡਰੀ ਮੈਮਰੀ ਦਾ ਜਿਹੜਾ ਸੰਬੰਧ ਉਹ ਸਟੋਰੇਜ ਡਿਵਾਈਸ ਦੇ ਨਾਲ ਹੈ। ਯਾਨੀ ਕਿ ਤੁਸੀਂ ਸਟੋਰੇਜ ਡਿਵਾਈਸਿਸ ਨੂੰ ਸੈਕੰਡਰੀ ਮੈਮਰੀ ਕਹਿ ਸਕਦੇ ਹੋ, ਜਿਹਦੇ ਵਿੱਚ ਹਾਰਡ ਡਿਸਕ ਡਰਾਈਵ ਆ ਜਾਂਦੀ ਹੈ, CD, DVD, ਪੈਨ ਡਰਾਈਵ, ਮੈਮਰੀ ਕਾਰਡ, ਇਹ ਸਭ ਕੁਝ ਸਾਡੇ ਕੋਲ ਸਟੋਰੇਜ ਡਿਵਾਈਸ ਹੈ ਜਾਂ ਸੈਕੰਡਰੀ ਸਟੋਰੇਜ ਡਿਵਾਈਸ ਹੈ। ਸੋ ਚਲਦੇ ਹਾਂ ਸਵਾਲ ਨੰਬਰ 2 ਵੱਲ। ਕੁਐਸਚਨ ਨੰਬਰ 2 ਹੈ ਜੀ, ਵਿਚ ਆਫ ਦਾ ਫੋਲੋਇੰਗ ਇਜ਼ ਨਾਟ ਐਨ ਆਕਟਲ ਨੰਬਰ। ਅਸੀਂ ਜਾਣਦੇ ਹਾਂ ਕਿ ਜਿਹੜਾ ਨੰਬਰ ਸਿਸਟਮ ਅਸੀਂ ਵਰਤਦੇ ਹਾਂ ਉਹ ਹੈ ਜੀ ਡੈਸੀਮਲ ਨੰਬਰ ਸਿਸਟਮ। ਡੈਸੀਮਲ ਜਿਹਦੇ ਵਿੱਚ 0 ਤੋਂ ਲੈ ਕੇ 1 2 ਚਲਦੇ 9 ਤੱਕ, ਯਾਨੀ ਕਿ ਟੋਟਲ ਜਿਹੜੇ ਨੇ ਉਹ 10 ਅੰਕ ਹੁੰਦੇ ਨੇ। ਪਰ ਜਿਹੜਾ ਕੰਪਿਊਟਰ ਨੰਬਰ ਸਿਸਟਮ ਵਰਤਦਾ ਹੈ ਉਹ ਸਿਰਫ 0 ਅਤੇ 1 ਨੂੰ ਹੀ ਵਰਤ ਸਕਦਾ ਹੈ, ਜਿਹਨੂੰ ਅਸੀਂ ਬਾਈਨਰੀ ਨੰਬਰ ਸਿਸਟਮ ਕਹਿੰਦੇ ਆ। 0 ਅਤੇ 1, ਜਦੋਂ 0 ਅਤੇ 1 ਤੋਂ ਬਾਅਦ ਤੀਜਾ ਅੰਕ ਲਵਾਂਗੇ ਤਾਂ 1 0 ਆ ਜਾਏਗਾ, ਇਸੇ ਤਰ੍ਹਾਂ ਅੱਗੇ 1 1 ਆ ਜਾਏਗਾ। ਸੋ ਇਸ ਤਰੀਕੇ ਨਾਲ ਨੰਬਰ ਸਿਸਟਮ ਚੱਲਦਾ ਹੈ। ਇਸੇ ਤਰ੍ਹਾਂ ਸਾਡੇ ਕੋਲ ਆਕਟਲ ਨੰਬਰ ਸਿਸਟਮ ਹੈ। ਆਕਟਲ ਨੰਬਰ ਸਿਸਟਮ ਦੇ ਵਿੱਚ 0 ਤੋਂ ਲੈ ਕੇ ਸਾਡੇ ਕੋਲ 7 ਡਿਜਿਟਸ ਹੁੰਦੀਆਂ ਨੇ। ਟੋਟਲ ਡਿਜਿਟ ਦੀ ਗਿਣਤੀ 8 ਹੈ। ਸੋ ਜਦੋਂ ਅਸੀਂ 7 ਤੋਂ ਵੱਡੀ ਕੋਈ ਡਿਜਿਟ ਪਾਉਣੀ ਹੋਏਗੀ ਤਾਂ ਉੱਥੇ 8 ਨਹੀਂ ਇਸਤੇਮਾਲ ਹੋਏਗਾ। ਤਾਂ ਸਿੱਧੀ ਨਿਸ਼ਾਨੀ ਹੈ ਕਿ ਤੁਸੀਂ ਆਕਟਲ ਨੰਬਰ ਸਿਸਟਮ ਇਹਦੇ ਵਿੱਚੋਂ ਪਛਾਣਨਾ ਹੈ ਕਿ ਇਹਨਾਂ ਚਾਰਾਂ ਦੇ ਵਿੱਚੋਂ ਕਿਹੜਾ ਆਕਟਲ ਨੰਬਰ ਨਹੀਂ ਹੈ। ਤਾਂ ਤੁਸੀਂ ਦੇਖਣਾ ਕਿ ਜਿਹੜਾ ਨੰਬਰ, ਜਿਹੜਾ ਵੀ ਰਕਮ 7 ਤੋਂ ਵੱਡਾ ਅੰਕ ਜਿੱਥੇ ਯੂਜ਼ ਕੀਤਾ ਹੋਇਆ, 8 9 ਯੂਜ਼ ਕੀਤਾ ਹੋਇਆ, ਤਾਂ ਉਹ ਆਕਟਲ ਨਹੀਂ ਹੈ, ਕਿਉਂਕਿ ਆਕਟਲ ਦੇ ਵਿੱਚ 7 ਜਾਂ 7 ਤੋਂ ਛੋਟੇ ਅੰਕ ਹੋਣੇ ਚਾਹੀਦੇ ਨੇ। ਸੋ ਜਵਾਬ ਬਿਲਕੁਲ ਸਿੱਧਾ ਹੈ ਜੀ C, ਕਿਉਂਕਿ ਇਹਦੇ ਵਿੱਚ 9 ਯੂਜ਼ ਕੀਤਾ ਗਿਆ ਹੈ, ਆਕਟਲ ਦੇ ਵਿੱਚ 9 ਯੂਜ਼ ਨਹੀਂ ਹੋ ਸਕਦਾ। ਸਵਾਲ ਨੰਬਰ 3 ਹੈ ਜੀ, Oracle and MS Access are an example of application software। ਸੋ ਦੋ ਸੌਫਟਵੇਅਰ ਨੇ, ਇੱਕ Oracle ਹੈ, ਇੱਕ MS Access ਹੈ। ਦੋਨਾਂ ਦਾ ਜਿਹੜਾ ਪਰਪਸ ਹੈ ਉਹ ਲਗਭਗ ਸੇਮ ਹੈ। ਦੋਨੇ ਐਪਲੀਕੇਸ਼ਨ ਸੌਫਟਵੇਅਰ ਨੇ। ਤਾਂ ਕਿਹੜੇ ਐਪਲੀਕੇਸ਼ਨ ਸੌਫਟਵੇਅਰ ਨੇ, ਕਿਸ ਤਰ੍ਹਾਂ ਦੀਆਂ ਐਗਜ਼ਾਮਪਲ ਨੇ? ਉਹਦੇ ਲਈ A ਆਪਸ਼ਨ ਹੈ ਪ੍ਰੋਜੈਕਟ ਮੈਨੇਜਮੈਂਟ, B ਇਜ਼ ਡਾਟਾਬੇਸ, C ਇਜ਼ ਵਰਡ ਪ੍ਰੋਸੈਸਿੰਗ, D ਇਜ਼ ਪ੍ਰੈਜੈਂਟੇਸ਼ਨ ਸੌਫਟਵੇਅਰ। ਸੋ ਯਾਦ ਰੱਖਣਾ ਇਹਦੀ ਜਿਹੜੀ ਸਹੀ ਆਪਸ਼ਨ ਹੈ ਉਹ D ਹੈ, ਡਾਟਾਬੇਸ। ਤੁਸੀਂ ਪਿਛਲੇ ਲੈਕਚਰ ਨੰਬਰ 10 ਦੇ ਵਿੱਚ ਜ਼ਰੂਰ ਦੇਖਿਆ ਹੋਣਾ ਹੈ ਕਿ MS Access ਅਤੇ ਡਾਟਾਬੇਸ ਦੇ ਵਿੱਚ ਆਪਾਂ ਕੀਤਾ ਕਿ ਡਾਟਾਬੇਸ ਕੀ ਚੀਜ਼ ਹੈ,
ਡਾਟਾਬੇਸ ਮੈਨੇਜਮੈਂਟ ਸਿਸਟਮ ਕੀ ਹੈ, RDBMS ਕੀ ਹੈ, ਪ੍ਰਾਇਮਰੀ ਕੀ ਹੈ, ਇਹ ਸਭ ਚੀਜ਼ਾਂ ਤੁਸੀਂ ਲੈਕਚਰ ਨੰਬਰ 10 ਜਿਹੜਾ ਹੈ ਉਹਦੇ ਵਿੱਚ ਤੁਸੀਂ ਕਵਰ ਕਰ ਸਕਦੇ ਹੋ। ਅਤੇ ਇਹ ਦੋਨੇ ਹੀ ਸੌਫਟਵੇਅਰ ਜਿਹੜੇ ਨੇ ਡਾਟਾਬੇਸ ਨੂੰ ਮੈਨੇਜ ਕਰਨ ਦੇ ਲਈ ਕੀਤੇ ਗਏ ਨੇ। ਜਿਹੜਾ ਪ੍ਰੋਜੈਕਟ ਮੈਨੇਜਮੈਂਟ ਸਾਡੇ ਕੋਲ ਸੌਫਟਵੇਅਰ ਹੁੰਦੇ ਨੇ, ਐਪਲੀਕੇਸ਼ਨਸ ਹੁੰਦੀਆਂ ਨੇ, ਉਹ ਬਹੁਤ ਵੱਡੇ ਪ੍ਰੋਜੈਕਟ ਜਿਨ੍ਹਾਂ ਦੇ ਟੀਮ ਮੈਂਬਰ ਅਲੱਗ-ਅਲੱਗ ਮੁਲਕਾਂ ਦੇ ਵਿੱਚ ਬੈਠੇ ਨੇ, ਉਸਨਾਂ ਪ੍ਰੋਜੈਕਟਾਂ ਨੂੰ ਮੈਨੇਜ ਕਰਨ ਦੇ ਲਈ ਵਰਤੇ ਜਾਂਦੇ ਨੇ। ਵਰਡ ਪ੍ਰੋਸੈਸਿੰਗ ਜਿਹੜਾ ਪ੍ਰੋਗਰਾਮ ਹੈ ਉਹਦੀ ਇੱਕ ਉਦਾਹਰਣ ਸਾਡੇ ਕੋਲ MS ਵਰਡ ਹੈ। ਪ੍ਰੈਜੈਂਟੇਸ਼ਨ ਪ੍ਰੋਗਰਾਮ ਜਿਹੜਾ PPT ਬਣਾਉਣ ਦੇ ਲਈ ਅਸੀਂ ਪਾਵਰ ਪੁਆਇੰਟ ਯੂਜ਼ ਕਰਦੇ ਹਾਂ, ਉਹ ਪ੍ਰੈਜੈਂਟੇਸ਼ਨ ਸੌਫਟਵੇਅਰ ਦੀ ਵੀ ਐਗਜ਼ਾਮਪਲ ਹੈ। ਸੋ ਸਵਾਲ ਜੇ ਤੁਹਾਡੇ ਕੋਲ ਵਰਡ ਪ੍ਰੋਸੈਸਿੰਗ ਜਾਂ ਪ੍ਰੈਜੈਂਟੇਸ਼ਨ ਸੌਫਟਵੇਅਰ ਨਾਲ ਆ ਜਾਏ ਤਾਂ ਵੀ ਤੁਸੀਂ ਹੱਲ ਕਰ ਲੈਣਾ ਹੈ। ਸਵਾਲ ਨੰਬਰ 4 ਤੇ ਪਹੁੰਚਦੇ ਹਾਂ। ਚੌਥਾ ਸਵਾਲ ਹੈ ਜੀ, ਆ CD ਕੈਨ ਸਟੋਰ ਅਪਰੋਕਸੀਮੇਟਲੀ ਦਾ ਅਮਾਊਂਟ ਆਫ ਡਾਟਾ। ਸੋ ਇੱਕ CD ਕਿੰਨਾ ਡਾਟਾ ਸੇਵ ਕਰ ਸਕਦੀ ਹੈ CD? ਸੋ ਆਪਸ਼ਨ ਸਾਡੇ ਕੋਲ B ਕਰੈਕਟ ਹੈ, 700 ਮੈਗਾਬਾਈਟ ਸੇਵ ਕਰ ਸਕਦੀ, ਇਸ ਨੂੰ ਯਾਦ ਰੱਖਣਾ ਹੈ। ਔਰ ਪਿਛਲੇ ਜਿਹੜਾ ਵੀਡੀਓ ਸੀਗੀ ਉਹਦੇ ਵਿੱਚ ਵੀ ਤੁਹਾਨੂੰ ਕਪੈਸਿਟੀ ਦੇ ਬਾਰੇ ਦੱਸਿਆ ਸੀ। ਇੱਕ DVD ਕਿੰਨਾ ਡਾਟਾ ਸੇਵ ਕਰ ਸਕਦੀ ਹੈ, ਉਹਦੀ ਕਪੈਸਿਟੀ 4.7 GB। ਇਹ ਵੀ ਤੁਸੀਂ ਯਾਦ ਰੱਖਣਾ। CD ਜਾਂ DVD ਦੀ ਕਪੈਸਿਟੀ ਤੁਹਾਡੇ ਤੋਂ ਪੁੱਛੀ ਜਾ ਸਕਦੀ ਹੈ। ਸਵਾਲ ਨੰਬਰ 5 ਵੱਲ ਵੱਧਦੇ ਹਾਂ। ਦ ਫਸਟ ਕੰਪਿਊਟਰ ਵਾਇਰਸ ਇਜ਼, ਪਹਿਲਾ ਕੰਪਿਊਟਰ ਵਾਇਰਸ ਕਿਹੜਾ ਸੀ? ਸੋ ਤੁਸੀਂ ਆਪਣੇ ਜਿਹੜੇ 10 ਲੈਕਚਰਾਂ ਦੀ ਲਾਈਵ ਸੀਰੀਜ਼ ਚੱਲੀ ਸੀ ਉਹਦੇ 'ਚ ਬੜਾ ਕਲੀਅਰ ਤੁਸੀਂ ਕੀਤਾ, ਜਿਹਦੇ ਵਿੱਚ ਮਾਲਵੇਅਰ ਦੀ ਆਪਾਂ ਗੱਲ ਕੀਤੀ ਸੀ। ਉਹਦੇ ਵਿੱਚ ਅਸੀਂ ਜਾਣਿਆ ਸੀਗਾ ਕਿ ਫਸਟ ਜਿਹੜਾ ਪਹਿਲਾ ਕੰਪਿਊਟਰ ਵਾਇਰਸ ਹੈ ਉਹਦਾ ਨਾਂ ਕਰੀਪਰ ਸੀਗਾ। ਸੋ ਕਰੀਪਰ ਨਾਂ ਦਾ ਪਹਿਲਾ ਜਿਹੜਾ ਵਾਇਰਸ ਸੀ ਉਹ ਉਸ ਟਾਈਮ ਬਣਿਆ ਸੀ ARPANET ਦੇ ਟਾਈਮ। ARPANET, ਜੇ ਤੁਸੀਂ ARPANET ਬਾਰੇ ਨਹੀਂ ਜਾਣਿਆ ਤਾਂ ਇੰਟਰਨੈਟ ਵਾਲਾ ਸੀਰੀਜ਼ ਤੁਸੀਂ ਦੇਖ ਸਕਦੇ ਹੋ, ਲੈਕਚਰ ਦੇਖ ਸਕਦੇ ਹੋ। ਜਿਹੜਾ ਪਹਿਲਾ ਇੰਟਰਨੈਟ ਸੀਗਾ ARPANET, ਉਸ ਟਾਈਮ ਕਰੀਪਰ ਨਾਂ ਦਾ ਵਾਇਰਸ ਬਣਾਇਆ ਗਿਆ ਸੀ, ਜਿਹੜਾ ਕਿ ਨੈਟਵਰਕ ਦੇ ਰਾਹੀਂ ਇੱਕ ਕੰਪਿਊਟਰ ਤੋਂ ਦੂਜੇ ਕੰਪਿਊਟਰ ਦੇ ਵਿੱਚ ਭੇਜਿਆ ਗਿਆ ਸੀ। ਮਕਸਦ ਉਹਦਾ ਸੀਗਾ ਕਿ ਇੱਕ ਮੈਸੇਜ ਡਿਸਪਲੇ ਕਰਨਾ, ਨੁਕਸਾਨ ਪਹੁੰਚਾਉਣਾ ਨਹੀਂ ਸੀ। ਪਰ ਉਸ ਤੋਂ ਬਾਅਦ DOS ਵਾਸਤੇ ਵਾਇਰਸ ਬਣਿਆ, ਫਿਰ ਵਿੰਡੋਜ਼ ਵਾਸਤੇ ਸਾਡੇ ਕੋਲ ਵਾਇਰਸ ਬਣਿਆ। ਸੋ ਉਸ ਟਾਈਮ ਜਿਹੜੇ ਵਾਇਰਸ ਬਣੇ ਉਹ ਖਤਰਨਾਕ ਕਿਸਮ ਦੇ ਬਣੇ। ਸੋ ਇਸ ਨੂੰ ਅਸੀਂ ਮਲੀਸ਼ੀਅਸ ਸੌਫਟਵੇਅਰ ਦੀ ਕੈਟਾਗਰੀ ਦੇ ਵਿੱਚ ਰੱਖਦੇ ਹਾਂ। B ਆਪਸ਼ਨ ਸਾਡੇ ਕੋਲ ਪਰਮ ਹੈ। ਪਰਮ ਤਾਂ ਇੱਕ ਸੁਪਰ ਕੰਪਿਊਟਰ ਦਾ ਨਾਮ ਹੈ, ਇਸ ਕਰਕੇ ਇਹ ਸਾਡੇ ਕੋਲ ਆਪਸ਼ਨ ਗਲਤ ਹੋ ਜਾਂਦੀ ਹੈ। ਭਾਰਤ ਦਾ ਸੁਪਰ ਕੰਪਿਊਟਰ ਹੈ। C ਆਪਸ਼ਨ ਹੈ ਟ੍ਰੈਂਡ ਮਾਈਕਰੋ, ਕੋਈ ਮੀਨਿੰਗ ਨਹੀਂ ਬਣਿਆ। ਔਰ ਚੌਥਾ ਜਿਹੜਾ ਹੈ ਉਹ ਵੀ ਮੀਨਿੰਗਲੈਸ ਸਾਡੇ ਕੋਲ ਸ਼ਬਦ ਹੈ। ਤੋ ਸਵਾਲ ਨੰਬਰ 6 ਦੇ ਉੱਤੇ ਅਸੀਂ ਪਹੁੰਚਦੇ ਹਾਂ। MySQL ਇਜ਼ ਐਨ ਐਗਜ਼ਾਮਪਲ ਆਫ। ਸੋ ਇਹ ਵੀ ਸਵਾਲ ਜਿਹੜਾ ਹੈ, ਪਹਿਲੇ ਇੱਕ ਸਵਾਲ ਆਪਾਂ ਜਿਹੜਾ ਕੀਤਾ ਹੈ ਜਿਹਦੇ ਵਿੱਚ MS ਐਕਸੈਸ ਦੀ ਗੱਲ ਕੀਤੀ ਸੀ ਉਹਦੇ ਵਰਗਾ ਹੀ ਹੈ। ਤੋ 6 ਨੰਬਰ ਜਿਹੜਾ ਸਵਾਲ ਹੈ ਉਹਦੀ ਆਪਸ਼ਨ ਵੀ B ਹੈ, RDBMS ਯਾਨੀ ਕਿ ਰਿਲੇਸ਼ਨਲ ਡਾਟਾਬੇਸ ਮੈਨੇਜਮੈਂਟ ਸਿਸਟਮ। ਸੋ MySQL ਯਾਨੀ ਕਿ ਜਿਹੜਾ ਇਹ ਇੱਕ ਐਪਲੀਕੇਸ਼ਨ ਹੈ ਉਹਦੀ ਵਰਤੋਂ ਅਸੀਂ RDBMS ਦੇ ਲਈ ਕਰਦੇ ਹਾਂ। ਪਰ ਇੱਥੇ ਸਾਡੇ ਕੋਲ ਵਰਡ ਪ੍ਰੋਸੈਸਰ ਅਤੇ ਸਪਰੈਡਸ਼ੀਟ ਪ੍ਰੋਗਰਾਮ ਜਿਹੜਾ ਕਿ ਐਕਸਲ ਹੁੰਦੀ ਹੈ। ਇਸ ਤੋਂ ਇਲਾਵਾ ਸਾਡੇ ਕੋਲ DTP ਸ਼ਬਦ ਦਿੱਤਾ ਗਿਆ ਹੈ, ਜਿਹੜਾ ਕਿ ਇਹ ਵੀ ਮਹੱਤਵਪੂਰਨ ਹੈ, ਜਿਹਦੀ ਫੁੱਲ ਫਾਰਮ ਹੈ ਡੈਸਕਟਾਪ ਪਬਲਿਸ਼ਿੰਗ। ਸੋ D ਦੀ ਮਤਲਬ ਡੈਸਕ, T ਦਾ ਮਤਲਬ ਟਾਪ, P ਦਾ ਮਤਲਬ ਪਬਲਿਸ਼ਿੰਗ। ਸੋ ਚੱਲਦੇ ਹਾਂ 6ਵੇਂ ਤੋਂ ਬਾਅਦ 7ਵੇਂ ਸਵਾਲ ਵੱਲ। ਯੂਨੀਕ ਕੀ ਇਨ ਆ ਡਾਟਾਬੇਸ ਇਜ਼ ਆ। ਜਿਹੜੀ ਡਾਟਾਬੇਸ ਦੇ ਵਿੱਚ ਯੂਨੀਕ ਕੀ ਹੁੰਦੀ ਹੈ, ਯਾਨੀ ਕਿ ਵਿਲੱਖਣ ਕੀ ਹੁੰਦੀ ਹੈ, ਇੱਕ ਦੂਜੇ ਨਾਲ ਨਹੀਂ ਮਿਲਦੀ, ਉਹਨੂੰ ਅਸੀਂ ਪ੍ਰਾਇਮਰੀ ਕੀ ਦਾ ਨਾਮ ਦਿੰਦੇ ਹਾਂ। ਅਸੀਂ ਦੇਖਿਆ ਸੀ ਕਿ ਜੇ 2 ਟੇਬਲ ਅਸੀਂ ਡਾਟਾਬੇਸ ਦੇ ਵਿੱਚ ਬਣਾ ਲਈਏ, ਦੋਨਾਂ ਟੇਬਲ ਦੇ ਵਿੱਚ ਇੱਕ ਫੀਲਡ ਜੇ ਆਪਾਂ ਸਾਂਝੀ ਰੱਖ ਲਈਏ, ਬਾਕੀ ਫੀਲਡਸ ਕੋਈ ਹੋਰ ਪਾ ਦਈਏ, ਤਾਂ ਇਹ ਜਿਹੜੀ ਸਾਂਝੀ ਫੀਲਡ ਹੋਏਗੀ, ਜਿਹਨੂੰ ਅਸੀਂ ਰੋਲ ਨੰਬਰ ਵੀ ਹੋ ਸਕਦੇ ਨੇ, ਯੂਨੀਕ ID ਵੀ ਹੋ ਸਕਦਾ ਹੈ, ਆਧਾਰ ਕਾਰਡ ਵੀ ਹੋ ਸਕਦਾ ਹੈ, ਐਮਪਲਾਈਮੈਂਟ ਕੋਡ ਵੀ ਹੋ ਸਕਦਾ ਹੈ। ਸੋ ਉਹਨੂੰ ਅਸੀਂ ਯੂਨੀਕ ਕੀ ਦਾ ਨਾਮ ਦਿੰਦੇ ਹਾਂ। ਕੁਐਸਚਨ ਨੰਬਰ 8 ਹੈ ਜੀ, 1 ਬਾਈਟ ਇਜ਼ ਇਕੁਅਲ ਟੂ ਹਾਊ ਮੈਨੀ ਬਿਟਸ। ਸੋ ਇੱਕ ਬਾਈਟ ਕਿੰਨੀਆਂ ਬਿਟਸ ਦੇ ਬਰਾਬਰ ਹੁੰਦੀ ਹੈ?
बहुत आसान सवाल है, आम तौर पे ये क्वेश्चन आ जाता है। याद रखना है कि पहली इकाई साढ़े कोल बिट होंदी है, दूसरी इकाई साढ़े कोल निब्बल होंदी है। बिट का मतलब 0 ਜਾਂ 1, निब्बल 4 बिट्स का समूह होंदा है, और जिहड़ी बाइट है वो साढ़े कोल 8 बिट्स का समूह होंदा है। अगे इस तरह बाइट्स तो बाद किलोबाइट, मैगाबाइट, गीगाबाइट ते टैराबाइट चलदियां ने। सो तकरीबन 1024 यानी कि तकरीबन 1000 बाइट्स जे इकट्ठियां कर दीए 1000 बाइट्स, तो 1 किलोबाइट बन जाती है। सो 1000 बाइट एक अंदाज़ा है, पर एग्जैक्ट जी वैल्यू है 1024 बाइट्स। सो इस तरह 1024 जे असी किलोबाइट इकट्ठियां कर दीए तो 1 मैगाबाइट बन जाती है। 1024 मैगाबाइट होने तो 1 गीगाबाइट बनती है, 1024 गीगाबाइट होने तो 1 टैराबाइट बनती है। सो यदी करैक्ट जी ऑप्शन है वो बी है, सॉरी ए है, निब्बल, 2 निब्बल, यानी कि 2 निब्बल्स इकट्ठियां हो जान। 2 निब्बल का मतलब 2 निब्बल का मतलब की होया 4, 1 निब्बल और दूसरी निब्बल, फिर 4 बिट, 4 ते 4 कितनियां हो गई 8 बिट्स। सो 1 बाइट जी है 8 बिट के बराबर होंगी, पर सवाल थोड़ा जिहा घुमा के पूछया उसने। सो 8 बिट जे इत्थे लिखिया होंदा तो आंसर ए होना सी, पर हुण साडे कोल आंसर ए है। सो अगे साडे कोल 9 नंबर क्वेश्चन है, विच इज़ नॉट इन द एग्जाम्पल ऑफ GPS एप्लीकेशन। GPS ग्लोबल पोजिशनिंग सैटेलाइट हुंदा है, और जिहदे विच असीं इंटरनैट दे नाल जुड़ के, सैटेलाइट दे नाल जुड़ के बहुत सारे काम करवाउने आ, ते असीं देखना इन्हां दे विच्चों किहड़ी एप्लीकेशन नहीं है। लोकेशन, सो GPS दे राਹੀਂ असीं लोकेशन फाइंड करते हैं। नैविगेशन, किधरे असीं सफ़र ते जाना है तो उसदी नैविगेशन दा ट्रैक सानूं पता लगता है। वैब जैकिंग, सो ये बारे असीं सोचते हैं। तो डी है ट्रैकिंग, ये भी असीं GPS दे राਹੀਂ करते हैं। वैब जैकिंग जिहड़ा है ये शब्द एप्रोप्रिएट जिहड़ा है वो GPS नाल नहीं है, मतलब की है ये करैक्ट आंसर है, क्योंकि ये एग्जाम्पल जिहड़ी है GPS की नहीं है। सो अखीरले सवाल वाल चलते हैं, सवाल नंबर 10, इंटरनैट एक्सप्लोरर इज़। सो जिहड़ा इंटरनैट एक्सप्लोरर है, याद रखना है साढ़े कोल कंप्यूटर या मोबाइल फोन के उत्ते जदों भी असी इंटरनैट चलाउणा है तो साढ़े कोल एक सॉफ्टवेयर होना चाहिए, एक ऐप होनी चाहिए जिन्होंने असी वैब ब्राउज़र कहने आ। असी उन्होंने वैब ब्राउज़र कहने आ। उहदे विच वैब ब्राउज़र दे विच साढ़े कोले कई नाम ने, इंटरनैट एक्सप्लोरर भी है, और इस तरह साढ़े कोल एज भी है। एज, ये दोनों सॉफ्टवेयर माइक्रोसॉफ्ट के बने आए हुए हैं, यानी कि दोनों वैब ब्राउज़र। इस तरह गूगल का क्रोम भी है। बट बहुत वड्डी कन्फ्यूजन विद्यार्थियों के विच ये है कि गूगल ते गूगल क्रोम दे विच की फ़र्क है। याद रखना है कि जिहड़ा साढ़े कोले वैब ब्राउज़र है वो गूगल क्रोम है, बट कल्ला जिहड़ा गूगल पूछा जाए तो ये साढ़े कोल सर्च इंजन है। सो ओनली गूगल इज सर्च इंजन, बट गूगल क्रोम इज वैब ब्राउज़र। सो इत्थे इंटरनैट एक्सप्लोरर भी साढ़े कोल की है, वैब ब्राउज़र है। ऑप्शन डी साढ़े कोले करैक्ट होएगी। तुहानू ये वीडियो किस तरह लगी, जे तुहानू पसंद आई तो इसनू लाइक करो, वध तो वध शेयर करो। चैनल के उत्ते नवे हो तो इनू तुसी सबसक्राइब करके बैल आइकन नू दबा दिओ। कमेंट बॉक्स दे विच कमेंट करना ना भुल्लो, कोई भी सवाल है ਜਾਂ इस वीडियो के बारे कोई दसना चाहुंदे हो। तो अखीर दे विच तुहाडे लई जिहड़ा सवाल है, जिहड़ा असीं हर लड़ी के अखीर दे विच तुहाडे तों पुछदे हां, उस सवाल का तुसीं जवाब देना है कमेंट बॉक्स दे विच बड़े ध्यान दे नाल। उहदे विच तुसीं जिहड़ा जवाब देना है, उहदे जिहड़ा सवाल है वो जरूरी नहीं कि इस लड़ी दे नाल संबंधित ही होवे, कितों भी हो सकता है। तुसीं दसना है कंप्यूटर दा पितामा कौन है। पितामा किस नूं कहा जांदा है। सो ये तुहाडे लई क्वेश्चन है जी, इहदा जवाब
ਕਮੈਂਟ ਬਾਕਸ ਦੇ ਵਿੱਚ ਦੇਣਾ ਨਹੀਂ ਭੁੱਲਣਾ। ਲਗਾਤਾਰ ਵੀਡੀਓ ਸੀਰੀਜ਼ ਦੇਖਦੇ ਰਹੋ ਤੇ ਆਪਣੇ ਪੇਪਰਾਂ ਦੇ ਵਿੱਚ ਕਾਮਯਾਬ ਹੋ, ਮੇਰੀ ਦੁਆ ਹੈ। ਬਹੁਤ ਬਹੁਤ ਸ਼ੁਕਰੀਆ, ਧੰਨਵਾਦ।